ਤੇ ਸਾਰੇ ਸੰਘਰਸ਼ਸ਼ੀਲ ਯੋਧਿਆਂ ਨੂੰ ਮੇਰੇ ਵੱਲੋਂ ਯਾਨੀ ਭਗਵੰਤ ਸਿੰਘ ਵੱਲੋਂ ਬਹੁਤ ਆਦਰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਪਿਛਲੇ ਦਿਨੀ ਰਾਜਸਥਾਨ ਸਟੇਟ ਲਈ ਇੱਕ ਆਰਡਰ ਆਇਆ ਫੀਸਾਂ ਦੇ ਮਾਮਲੇ 'ਚ। ਉਸ ਤੋਂ ਪਹਿਲਾਂ ਪੰਜਾਬ ਰਾਜ ਲਈ ਜਿਹੜੀ ਪੰਜਾਬ ਦੀ LPA 409 ਹੈ ਉਹਦੇ ਰਿਗਾਰਡਿੰਗ ਵੀ ਸੁਪਰੀਮ ਕੋਰਟ ਵੱਲੋਂ ਇੱਕ ਅੰਤਰਿਮ ਆਰਡਰ ਆਇਆ ਸੀ। ਇਹਨਾਂ ਆਰਡਰਾਂ ਦੇ ਹਿਸਾਬ ਨਾਲ ਕਿੰਨੀ ਫੀਸ ਦੇਣੀ ਹੈ, ਕਿਹੜੇ ਸਾਲ ਦੀ ਫੀਸ ਦੇਣੀ ਹੈ, ਕਿਹੜੇ ਸਾਲ ਦੀ ਕਿਹੜੀ ਫੀਸ ਨਹੀਂ ਦੇਣੀ, ਸਕੂਲ ਕਿਹੜੀ ਫੀਸ ਲੈ ਸਕਦੇ ਨੇ, ਸਕੂਲ ਕਿਹੜੇ ਸਾਲ ਦੀ ਫੀਸ ਪੂਰੀ ਲੈ ਸਕਦੇ, ਅੱਧੀ ਲੈ ਸਕਦੇ, ਜਾਂ ਕਿਸ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਨਫਿਊਜ਼ਨਸ, ਭਰਮ ਭੁਲੇਖੇ ਬਹੁਤ ਸਾਰੇ ਪੈਦਾ ਹੋਏ ਪਏ ਨੇ। ਬਹੁਤ ਸਾਰੇ ਫ਼ੋਨ ਕਾਲਸ ਆਉਂਦੇ ਆ, ਕੋਸ਼ਿਸ਼ ਕਰੀਦੀ ਹੈ ਕਿ फ़ोन ते ही सारिਆਂ ਨੂੰ इस चीज़ बारे जानकारी दी जाए। साथियों, मैं अपनी गल शुरू करने तो पहला एक गुस्ताखी लिए माफ़ी चाहूँगा कि मैं इस टाइम रोड साइड ते किते बैठा बाहरों आ रहा सी कितों, तो सो मैं अपने कुछ साथियों नाल कल दोसांझ कलां वालियां नाल वीरां नाल एक प्रॉमिस कीता सी कि मैं एक आडियो या वीडियो बना के जरूर पाऊँगा ताकि ये ਜਿਹੜੇ ਕਨਫਿਊਜ਼ਨ ਨੇ ਇਹਨਾਂ ਨੂੰ ਦੂਰ ਕੀਤਾ ਜਾ ਸਕੇ। ਸੋ ਜੇ ਵਿੱਚੋਂ ਦੀ ਕੋਈ ਟ੍ਰੈਫਿਕ ਦੀ ਥੋੜ੍ਹੀ ਬਹੁਤੀ ਡਿਸਟਰਬੈਂਸ ਹੋਵੇ ਤਾਂ ਉਹਨੂੰ ਟੋਲਰੇਟ ਕਰ ਲਿਓ ਜੀ। ਤੇ ਸੋ ਗੱਲ ਸ਼ੁਰੂ ਕਰਦੇ ਹਾਂ ਜੀ ਕਿ ਹੁਣ ਸਕੂਲ ਬਹੁਤ ਸਾਰੇ ਬੱਚਿਆਂ ਨੂੰ ਆਨਲਾਈਨ ਗਰੁੱਪਾਂ 'ਚੋਂ ਕੱਢ ਰਹੇ ਨੇ। ਬਹੁਤ ਸਾਰੇ ਬੱਚਿਆਂ ਦੇ ਇਹ ਵੀ ਸੁਣਨ 'ਚ ਆਇਆ ਕਿ ਹਾਲੇ ਤੱਕ ਉਹਨਾਂ ਨੇ ਰਿਜ਼ਲਟ ਨਹੀਂ ਦਿੱਤੇ। ਕੁਛ ਕੁ ਬੱਚਿਆਂ ਨੂੰ ਮੇ ਵੀ ਹੋ ਸਕਦਾ ਹਾਲੇ ਤੱਕ ਉਹਨਾਂ ਨੇ ਅਗਲੀ ਕਲਾਸ 'ਚ ਪ੍ਰਮੋਟ ਨਾ ਕੀਤਾ ਹੋਵੇ। ਇੱਥੇ ਤੱਕ ਵੀ ਸੁਣਨ 'ਚ ਆਇਆ ਕਿ ਕੁਛ ਬੱਚਿਆਂ ਨੂੰ ਸਕੂਲਾਂ ਵਾਲਿਆਂ ਨੇ ਸਕੂਲ 'ਚੋਂ ਨਾਮ ਕੱਟ ਕੇ ਕੱਢ ਵੀ ਦਿੱਤਾ ਹੈ। ਇਸ ਤਰ੍ਹਾਂ ਦੀਆਂ ਵੀ ਬਹੁਤ ਸਾਰੀਆਂ ਚੀਜ਼ਾਂ ਮੇਰੇ ਧਿਆਨ 'ਚ ਆਉਂਦੀਆਂ ਰਹਿੰਦੀਆਂ ਨੇ। ਸੋ ਮੈਂ ਸ਼ੁਰੂ ਕਰਦਾ ਗੱਲ ਨੂੰ। ਮੇਰੇ ਦੇਖੋ, ਪਹਿਲੀ ਗੱਲ ਤਾਂ ਸਭ ਤੋਂ ਇਹ ਹੈ ਜੀ ਕਿ ਜਿਹੜਾ ਰਾਜਸਥਾਨ ਦਾ 3 ਮਈ ਨੂੰ ਇੱਕ ਆਰਡਰ ਆਇਆ ਹੈ ਉਹ ਪੰਜਾਬ ਸਟੇਟ 'ਤੇ ਅੰਸ਼ਿਕ ਰੂਪ 'ਚ ਵੀ ਲਾਗੂ ਨਹੀਂ ਸੀ ਹੋਣਾ, ਲੇਕਿਨ ਹੁਣ ਉਹ ਇੰਡਾਇਰੈਕਟਲੀ ਨਹੀਂ ਡਾਇਰੈਕਟਲੀ ਸਾਡੇ 'ਤੇ ਲਾਗੂ ਹੋ ਗਿਆ ਹੈ। ਇਹ ਗੱਲ ਬਹੁਤ ਧਿਆਨ ਦੇਣ ਵਾਲੀ ਹੈ ਜੀ ਕਿ ਉਹ ਇੰਡਾਇਰੈਕਟਲੀ ਪਹਿਲਾਂ ਸਾਡੇ 'ਤੇ ਲਾਗੂ ਕਿਉਂ ਨਹੀਂ ਸੀ ਹੋਣਾ। ਕਿ ਜਿਹੜਾ ਪਹਿਲਾਂ ਅੰਤਰਿਮ ਆਰਡਰ ਆਇਆ ਸੀ 8 ਫਰਵਰੀ 2021 ਦਾ ਰਾਜਸਥਾਨ ਵਾਸਤੇ, ਔਰ 12/3 ਨੂੰ ਪੰਜਾਬ ਦੇ ਕੇਸ ਦੀ ਸੁਪਰੀਮ ਕੋਰਟ ਸੁਣਵਾਈ ਸੀ। ਉਸ ਦਿਨ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਕਿਹਾ ਸੀ, ਆਰਡਰ ਇਹ ਕਰਤਾ ਸੀ ਕਿ ਜਿਹੜਾ ਆਰਡਰ 8 ਫਰਵਰੀ ਨੂੰ ਰਾਜਸਥਾਨ ਲਈ ਦਿੱਤਾ ਗਿਆ ਅੰਤਰਿਮ ਆਰਡਰ ਉਹੀ ਪੰਜਾਬ ਸਟੇਟ 'ਤੇ ਵੀ ਲਾਗੂ ਹੋਊਗਾ। ਫਿਲਹਾਲ ਅਸੀਂ ਇਹ ਟੈਂਪਰੇਰੀ ਅਰੇਂਜਮੈਂਟਸ ਕਰ ਰਹੇ ਹਾਂ ਜੀ। ਔਰ ਉਸ ਫੈਸਲੇ 'ਚ ਇੱਕ ਬਹੁਤ ਅਹਿਮ ਗੱਲ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ ਪ੍ਰੋਨਾਊਂਸ ਕੀਤੀ ਹੈ, ਲਿਖੀ ਹੈ, ਕਹੀ ਹੈ। ਭਾਵੇਂ ਉਹ ਪੇਰੈਂਟਸ ਦੇ ਫੇਵਰ 'ਚ ਵੀ ਨਹੀਂ ਹੈਗੀ, ਫਿਰ ਵੀ ਮੈਂ ਇੱਥੇ ਉਸ ਦਾ ਖੁਲਾਸਾ ਕਰਨਾ ਜ਼ਰੂਰੀ ਸਮਝਦਾ। ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੇ 1/10/2020 ਦੇ ਉਸ ਆਰਡਰ ਨੂੰ ਸਟੇ ਕਰਤਾ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਡਬਲ ਬੈਂਚ ਵੱਲੋਂ, ਹਾਈ ਕੋਰਟ ਦੀ ਡਬਲ ਬੈਂਚ ਵੱਲੋਂ, ਕਿ ਪੇਰੈਂਟਸ ਨੇ ਸਿਰਫ ਤੇ ਸਿਰਫ ਟਿਊਸ਼ਨ ਫੀਸ ਦੇਣੀ ਹੈ, ਉਹ ਵੀ ਜੇ ਸਕੂਲਾਂ ਨੇ ਆਨਲਾਈਨ ਕਲਾਸਿਸ ਪ੍ਰੋਪਰ ਵੇ 'ਚ ਸਾਨੂੰ ਡੇ ਬਾਈ ਡੇ ਦਿੱਤੀਆਂ ਨੇ। ਸੋ ਮੈਂ ਫਿਰ ਆਪਣੀ ਗੱਲ ਸੁਪਰੀਮ ਕੋਰਟ ਦੇ ਆਰਡਰ ਨਾਲ ਰਿਲੇਟ ਕਰਦਾ ਜੀ ਕਿ ਹੁਣ ਅਸੀਂ ਕਿਸ ਸਥਿਤੀ 'ਚ ਬੈਠੇ ਹਾਂ, ਸਾਡੇ ਲਈ ਪੋਜੀਸ਼ਨ ਕੀ ਆ, ਅਸੀਂ ਕੀ ਪੇ ਕਰਨਾ ਕੀ ਨਹੀਂ ਪੇ ਕਰਨਾ ਜੀ। ਫਿਲਹਾਲ ਸਾਡੇ ਲਈ ਰਾਹਤ ਦੀ ਗੱਲ ਸਿਰਫ ਤੇ ਸਿਰਫ ਇੰਨੀ ਕੁ ਹੈ ਜੀ ਕਿ ਜਿਹੜਾ ਅੰਤਰਿਮ ਆਰਡਰ 8/2 ਨੂੰ ਰਾਜਸਥਾਨ ਵਾਸਤੇ ਆਇਆ ਹੋਇਆ ਹੈ ਉਹਦੇ 'ਚ ਸੁਪਰੀਮ ਕੋਰਟ ਨੇ 100% ਜਿਹੜੀ ਵੀ ਅਮਾਊਂਟ ਜਾਂ ਜਿਹੜੇ ਵੀ ਪੈਸੇ ਤੁਸੀਂ ਐਜ਼ ਏ ਫੀਸ ਸਕੂਲਾਂ ਨੂੰ 19-20 ਦੇ ਸਾਲ ਲਈ ਦਿੱਤੇ ਨੇ, ਯਾਨੀ ਕਿ ਪਿਛਲੇ ਤੋਂ ਪਿਛਲੇ ਸਾਲ ਲਈ। ਪਿਛਲਾ ਸਾਲ ਕਰੋਨਾ ਦਾ ਸਾਲ ਹੈ ਜੀ। ਅੱਗੇ ਜੋ ਵੀ ਗੱਲ ਕਰੂੰਗਾ ਤਾਂ ਮੈਂ ਪਿਛਲਾ ਸਾਲ ਇਹ ਮੰਨ ਕੇ ਚੱਲਣਾ ਕਿ ਕਰੋਨਾ ਕਾਲ ਦੀ ਗੱਲ ਕਰਦਾ। ਕਰੋਨਾ ਕਾਲ ਵਾਲੇ ਸਾਲ ਤੋਂ ਪਿਛਲੇ ਸਾਲ ਤੁਸੀਂ ਜਿੰਨੇ ਪੈਸੇ ਐਜ਼ ਏ ਫੀਸ ਸਕੂਲਾਂ ਨੂੰ ਪੇ ਕੀਤੇ ਨੇ ਜੀ, ਸੁਪਰੀਮ ਕੋਰਟ ਕਹਿੰਦੀ ਹੈ ਕਿ ਤੁਸੀਂ ਉਨੇ ਪੈਸੇ ਪੇ ਕਰਨੇ ਨੇ।
ਲੇਕਿਨ ਰਾਹਤ ਦੀ ਗੱਲ ਸਿਰਫ ਤੇ ਸਿਰਫ ਇੰਨੀ ਕੁ ਹੈ ਕਿ ਉਹ ਪੈਸੇ ਤੁਸੀਂ ਕਿਸ਼ਤਾਂ 'ਚ ਪੇ ਕਰ ਸਕਦੇ ਹੋ 5 ਮਾਰਚ ਤੋਂ ਲੈ ਕੇ 5 ਅਗਸਤ ਤੱਕ। 6 ਕਿਸ਼ਤਾਂ ਜਾਂ 5 ਕਿਸ਼ਤਾਂ ਜੋ ਵੀ ਬਣਦੀਆਂ ਨੇ, ਤੁਸੀਂ ਉਹਨਾਂ ਨੂੰ ਬਰਾਬਰ ਕਿਸ਼ਤਾਂ 'ਚ ਜਮ੍ਹਾਂ ਕਰਵਾ ਸਕਦੇ ਹੋ। ਨਾਲ ਦੀ ਨਾਲ ਰਾਹਤ ਦੀ ਗੱਲ ਉਹਦੇ 'ਚ ਇਹ ਸੀ ਕਿ ਸੁਪਰੀਮ ਕੋਰਟ ਨੇ ਬੜੇ ਹੀ ਸਾਫ਼ ਲਫ਼ਜ਼ਾਂ 'ਚ ਔਰ ਕਲੀਅਰਲੀ ਇੱਕ ਚੀਜ਼ ਮੈਂਸ਼ਨ ਕੀਤੀ ਹੈ ਕਿ ਅਗਰ ਕਿਸੇ ਬੱਚੇ ਦੀ ਫੀਸ ਜਮ੍ਹਾਂ ਨਹੀਂ ਹੋਈ, ਉਹਦੀ ਕੋਈ ਇੰਸਟਾਲਮੈਂਟ ਪੈਂਡਿੰਗ ਹੈ ਕਿ ਉਹਨੇ ਹਾਲੇ ਕੋਈ ਇੰਸਟਾਲਮੈਂਟ ਜਮ੍ਹਾਂ ਨਹੀਂ ਕਰਵਾਈ, ਜਾਂ ਉਹਦਾ ਕੋਈ ਬਕਾਇਆ ਹੈ ਏਰੀਅਰਸ, ਇੰਸਟਾਲਮੈਂਟ / ਏਰੀਅਰਸ / ਕੋਈ ਹੋਰ ਖਰਚਾ ਵੀ ਸਕੂਲ ਵੱਲ ਦੇਣ ਯੋਗ ਰਹਿੰਦਾ ਵਾ ਬੱਚੇ ਦਾ, ਤਾਂ ਵੀ ਉਸ ਬੱਚੇ ਦੀ ਪੜ੍ਹਾਈ ਨੂੰ ਨਹੀਂ ਰੋਕਿਆ ਜਾਊਗਾ। ਸਟੱਡੀ ਆਫ ਐਨੀ ਸਟੂਡੈਂਟ ਸ਼ੁੱਡ ਨਾਟ ਬੀ ਬਾਰਡ, ਜੋ ਵਰਡ ਲਿਖਿਆ ਹੋਇਆ ਉਹ 8 ਫਰਵਰੀ 2021 ਵਾਲਾ ਜਿਹੜਾ ਰਾਜਸਥਾਨ ਦਾ ਅੰਤਰਿਮ ਆਰਡਰ ਹੈ, ਅਗਰ ਤੁਸੀਂ ਉਸ ਨੂੰ ਪੜ੍ਹੋਗੇ ਤਾਂ ਉਸਦੇ ਸੈਕਿੰਡ ਪੇਜ ਦੇ ਉੱਤੇ ਜਦੋਂ ਪਾਰਟ ਸ਼ੁਰੂ ਹੁੰਦੇ ABCDE, B ਪਾਰਟ ਨੂੰ ਪੜ੍ਹੋਗੇ ਤਾਂ ਇਹ ਗੱਲ ਬਿਲਕੁਲ ਕਲੀਅਰ ਲਿਖੀ ਹੋਈ ਹੈ ਕਿ ਕਿਸੇ ਬੱਚੇ ਦੀ ਪੜ੍ਹਾਈ ਨੂੰ ਰੋਕਿਆ ਨਹੀਂ ਜਾਊਗਾ। ਉਹਦੇ 'ਚ ਰੀਜ਼ਨ ਵੀ ਦਿੱਤਾ ਹੈ ਕਿਉਂ ਨਹੀਂ ਰੋਕਿਆ ਜਾਊ, ਅਗਰ ਫੀਸ ਜਮ੍ਹਾਂ ਨਹੀਂ ਹੋਈ, ਕੋਈ ਇੰਸਟਾਲਮੈਂਟ ਜਮ੍ਹਾਂ ਨਹੀਂ ਹੋਈ, ਕੋਈ ਉਹਦਾ ਏਰੀਅਰ ਜਾਂ ਬਕਾਇਆ ਬਾਕੀ ਹੈ। ਹੁਣ ਸੁਪਰੀਮ ਕੋਰਟ ਨੇ ਇਸ ਤੋਂ ਅੱਗੇ ਇੱਕ ਰਾਹਤ ਸਾਨੂੰ ਉਸੇ ਆਰਡਰ 'ਚ ਹੋਰ ਦਿੱਤੀ ਹੋਈ ਹੈ ਕਿ ਅਗਰ ਕੋਈ ਪੇਰੈਂਟ ਫੀਸ ਭਰਾਉਣ ਤੋਂ ਅਸਮਰੱਥ ਹੈ, ਉਹ ਫੀਸ ਨਹੀਂ ਭਰਾ ਸਕਦਾ ਕਿ ਕਰੋਨਾ ਕਾਲ ਕਰਕੇ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਠੀਕ ਨਹੀਂ ਹੈਗੀ, ਤਾਂ ਉਹ ਸਕੂਲ ਨੂੰ ਇੱਕ ਸਿੰਪਲ ਐਪਲੀਕੇਸ਼ਨ ਲਿਖ ਕੇ ਦਊਗਾ ਕਿ ਮੈਨੂੰ ਫੀਸ 'ਚ ਰਾਹਤ ਦਿੱਤੀ ਜਾਵੇ ਜੀ, ਜਿਸ 'ਚ ਅਸੀਂ ਵਰਡਿੰਗ ਲਿਖ ਸਕਦੇ ਹਾਂ ਕਿ ਕਰੋਨਾ ਕਾਲ ਦੇ ਸਮੇਂ ਦੌਰਾਨ ਮੇਰੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ, ਮੇਰਾ ਬਿਜ਼ਨਸ ਠੀਕ ਨਹੀਂ ਚੱਲਿਆ ਔਰ ਮੈਨੂੰ ਫੀਸ 'ਚ ਰਾਹਤ ਦਿੱਤੀ ਜਾਵੇ। ਇਹ ਸਿੰਪਲ ਲੈਟਰ ਲਿਖ ਕੇ ਤੁਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਦੇਣੀ ਹੈ। ਉਹਦੇ 'ਚ ਇੱਕ ਟੈਕਨੀਕਲ ਜਿਹੜੀ ਗੱਲ ਚੰਗੀ ਹੈ, ਇਹ ਗੱਲ ਪਹਿਲਾਂ ਵੀ ਹਾਈ ਕੋਰਟ ਨੇ ਵੀ ਇਹ ਗੱਲ ਕਹੀ ਸੀਗੀ ਆਪਣੇ 1/10 ਸ਼ਾਇਦ 30/6 ਵਾਲੇ ਆਰਡਰ 'ਚ, ਨਿਰਮਲਜੀਤ ਕੌਰ ਵਾਲਾ ਜਿਹੜਾ ਆਰਡਰ ਸੀ 30/6/2020 ਨੂੰ ਜਿਹੜਾ ਆਰਡਰ ਆਇਆ ਸੀ 100% ਫੀਸ ਦਾ, ਉਹਦੇ 'ਚ ਇਹ ਗੱਲ ਕਹੀ ਹੋਈ ਸੀ ਕਿ ਤੁਸੀਂ ਇੱਕ ਐਪਲੀਕੇਸ਼ਨ ਸਕੂਲ ਨੂੰ ਦੇ ਸਕਦੇ ਹੋ ਔਰ ਸਿੰਪੈਥੇਟਿਕਲੀ ਹਮਦਰਦੀ ਦੇ ਤੌਰ 'ਤੇ ਇਸ ਚੀਜ਼ ਨੂੰ ਵਿਚਾਰਿਆ ਜਾਊਗਾ। ਲੇਕਿਨ ਉਹਦੇ 'ਚ ਇੱਕ ਗੱਲ ਲਿਖੀ ਹੋਈ ਸੀ ਕਿ ਤੁਸੀਂ ਆਪਣੀਆਂ ਫਾਈਨੈਂਸ਼ੀਅਲ ਰਿਸੋਰਸਿਸ, ਬੈਂਕ ਸਟੇਟਮੈਂਟ ਜਾਂ ਇਸ ਤਰ੍ਹਾਂ ਦਾ ਤੁਸੀਂ ਜੋ ਤੁਹਾਨੂੰ ਲਾਸ ਹੋਇਆ ਜਾਂ ਤੁਹਾਨੂੰ ਫਾਈਨੈਂਸ਼ੀਅਲ ਕਿਸ ਤਰ੍ਹਾਂ ਘਾਟਾ ਪਿਆ ਹੈ, ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਸਾਡੇ ਕੋਲੇ ਫਾਈਨੈਂਸ਼ੀਅਲੀ ਸਾਡੀ ਪੋਜੀਸ਼ਨ ਖਰਾਬ ਹੋਈ ਆ, ਉਸ ਤੁਹਾਨੂੰ ਸਾਬਤ ਕਰਨ ਲਈ ਡਾਕੂਮੈਂਟਰੀ ਪ੍ਰੂਫ ਦੇਣਾ ਪੈਣਾ ਸੀਗਾ। ਲੇਕਿਨ ਸੁਪਰੀਮ ਕੋਰਟ ਦੇ ਆਰਡਰ 'ਚ ਇਸ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਹੈਗੀ ਜੀ। ਸੋ ਤੁਸੀਂ ਇੱਕ ਸਿੰਪਲ ਲੈਟਰ ਵੀ ਲਿਖ ਕੇ ਦੇ ਸਕਦੇ ਹੋ ਕਿ ਜੀ ਮੇਰਾ ਕਰੋਨਾ ਕਾਲ ਦੇ ਦੌਰਾਨ ਕੰਮਕਾਰ ਠੱਪ ਰਿਹਾ ਹੈ ਜਾਂ ਬਿਜ਼ਨਸ ਇਸ ਤਰ੍ਹਾਂ ਹੋਇਆ ਜਾਂ ਇਹ ਲਾਸ ਹੋਇਆ ਔਰ ਮੈਨੂੰ ਫੀਸ 'ਚ ਰਾਹਤ ਦਿੱਤੀ ਜਾਵੇ। ਮੈਨੂੰ ਲੱਗਦਾ ਇੱਥੇ ਤੱਕ ਸ਼ਾਇਦ ਮੈਂ ਗੱਲ ਕਾਫੀ ਹੱਦ ਤੱਕ ਕਲੀਅਰ ਕਰਤੀ ਹੋਣੀ ਹੈ ਕਿ ਕਰੋਨਾ ਕਾਲ ਦਾ 2021 ਸਾਲ ਜਿਹੜਾ ਹੈ, ਉਹ 2021 ਦਾ ਜਿਹੜਾ ਸਾਲ ਆ ਉਹ ਕਰੋਨਾ ਕਾਲ ਦਾ ਸਾਲ ਹੈ ਜੀ। ਉਹਦੇ 'ਚ ਤੁਸੀਂ 100% ਫੀਸ ਦੇਣੀ ਆ ਅਕੋਰਡਿੰਗ ਟੂ ਸੁਪਰੀਮ ਕੋਰਟਸ ਐਂਟਰਿਮ ਆਰਡਰ। ਕਿੰਨੀ ਫੀਸ ਦੇਣੀ ਹੈ? ਜਿੰਨੀ ਤੁਸੀਂ 19-20 ਦੇ ਸਾਲ 'ਚ ਦਿੱਤੀ ਹੈ, ਕਰੋਨਾ ਕਾਲ ਵਾਲੇ ਸਾਲ ਤੋਂ ਪਿਛਲੇ ਸਾਲ। ਸੋ ਇਸ ਚੀਜ਼ ਬਾਰੇ ਜੇ ਕਿਸੇ ਨੂੰ ਕਨਫਿਊਜ਼ਨ ਹੋਈ ਤਾਂ ਮੇਰਾ ਨੰਬਰ ਆਲਮੋਸਟ ਅੱਜ ਪੰਜਾਬ ਦੇ ਸਾਰੇ ਪੇਰੈਂਟਸ ਕੋਲੇ ਹੈਗਾ ਜੀ। ਮੈਂ ਇੱਕ ਵਾਰ ਰਿਪੀਟ ਵੀ ਕਰ ਦਿੰਦਾ, 94 636 11878 'ਤੇ ਕਾਲ ਵੀ ਕਰ ਸਕਦੇ ਹੋ, 9463611878। ਹੁਣ ਮੈਂ ਸਟਾਰਟਿੰਗ 'ਚ ਇੱਕ ਗੱਲ ਕਹੀ ਹੈ ਜੀ, ਇਹ ਰਾਜਸਥਾਨ ਵਾਲਾ ਆਰਡਰ ਪਹਿਲਾਂ ਸਾਡੇ 'ਤੇ ਇਨਡਾਇਰੈਕਟਲੀ ਆਰਡਰ ਲਾਗੂ ਹੋਣਾ ਸੀ ਜਾਂ ਅੰਸ਼ਕ ਰੂਪ 'ਤੇ ਆਰਡਰ ਲਾਗੂ ਹੋ ਸਕਦਾ ਸੀ, ਲੇਕਿਨ ਹੁਣ ਉਹ ਆਰਡਰ 3 ਮਈ 2021 ਨੂੰ ਜਿਹੜਾ ਫਾਈਨਲ ਆਰਡਰ ਰਾਜਸਥਾਨ ਦੀ ਜਿਹੜੀ ਪਟੀਸ਼ਨਾਂ ਲੱਗੀਆਂ ਹੋਈਆਂ ਸੀ ਉਹਦੇ ਲਈ ਆਇਆ, ਉਹ ਡਾਇਰੈਕਟਲੀ ਪੰਜਾਬ 'ਤੇ ਵੀ ਲਾਗੂ ਹੁੰਦਾ ਵਾ। ਉਹਦਾ ਕਾਰਨ ਕੀ ਹੈ ਜੀ? 128 ਪੇਜਾਂ ਦੇ ਆਰਡਰ ਦੇ ਵਿੱਚ ਪੈਰਾ ਨੰਬਰ 80 ਨੂੰ ਪੰਜਾਬ ਦੇ ਲਈ ਜਾਂ ਪੰਜਾਬ ਸਟੇਟ ਲਈ ਅੱਛਾ ਗਿਣਿਆ ਜਾ ਰਿਹਾ ਹੈ, ਕਿਉਂਕਿ ਉੱਥੇ ਉਸ ਪੈਰੇ 'ਚ ਪੰਜਾਬ ਸਟੇਟ ਦਾ ਜ਼ਿਕਰ ਆਉਂਦਾ ਹੈ, ਜਿੱਥੇ ਕਿ
ਜੋ ਸਾਡੇ ਹਾਈ ਕੋਰਟ 'ਚ ਵੀ ਮੇਨ ਪਟੀਸ਼ਨ ਜੋ ਚੱਲ ਰਹੀ ਹੈ ਅਮਨਦੀਪ ਵਰਸਸ ਸਟੇਟ ਦੀ, ਸੌਰੀ ਜੀ, ਉਹਦੇ 'ਚ ਜੋ ਸਾਡੇ ਵਕੀਲ ਸਾਹਿਬ ਨੇ ਚਰਨਪਾਲ ਬਾਗੜੀ ਜੀ, ਉਹ ਉਸ ਪਟੀਸ਼ਨ 'ਚ ਮੇਨ ਵਕੀਲ ਨੇ। ਪਟੀਸ਼ਨ ਉਸੇ ਨਾਮ ਤੇ ਚੱਲ ਰਹੀ ਹੈ ਜੀ।